हाँ भाई, नमस्कार अभी साਰਿਆਂ ਨੂੰ। ਜਿਵੇਂ ਕਿ ਆਪਾਂ ਨੂੰ ਪਤਾ ਹੈ ਆਪਣੀ ਹਿਸਟਰੀ ਦੀ ਕਲਾਸ ਚੱਲ ਰਹੀ ਹੈ। ਆਪਣੇ ਹਿਸਟਰੀ ਦੇ ਪਹਿਲਾਂ 19 ਲੈਕਚਰ ਕੰਪਲੀਟ ਹੋ ਚੁੱਕੇ ਹੈ ਤੇ ਅੱਜ ਲੈਕਚਰ ਨੰਬਰ 20 ਹੈ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਲੈਕਚਰ ਸ਼ੁਰੂ ਕਰਦਾ ਹਾਂ। ਲੈਕਚਰ ਨੰਬਰ 20 ਚੋਲਾ ਵੰਸ਼। ਠੀਕ ਹੈ, ਤਾਂ ਹੈਡਿੰਗ ਲਿਖ ਲਓ ਇੱਕ ਵਾਰੀ, ਕਿਹੜਾ ਵੰਸ਼ ਆਪਣਾ? ਚੋਲਾ ਵੰਸ਼। ਚੋਲਾ ਵੰਸ਼ ਤਾਂ ਹੈਡਿੰਗ ਲਿਖ ਲਓ ਚੋਲਾ ਵੰਸ਼। ਠੀਕ ਹੈ, ਤਾਂ ਅੱਜ ਆਪਾਂ ਪੜ੍ਹਨਾ ਚੋਲਾ ਵੰਸ਼ ਬਾਰੇ। ਇਹ ਮਤਲਬ ਸਾਊਥ ਭਾਰਤ ਦਾ ਬਹੁਤ ਤਗੜਾ ਵੰਸ਼ ਮੰਨਿਆ ਗਿਆ, ਉਹਦੇ ਬਾਰੇ ਲਿਖਣ ਜਾ ਰਹੇ ਹਾਂ, ਉਹਦੇ ਬਾਰੇ ਪੜਾਂਗੇ, ਇਹਨੂੰ ਪੂਰਾ ਖਤਮ ਕਰਾਂਗੇ ਅੱਜ ਦੇ ਲੈਕਚਰ 'ਚ। ਤਾਂ ਚੋਲਾ ਵੰਸ਼ ਦਾ ਪਹਿਲਾ ਰਾਜਾ ਸੀ ਵਿਜੇਆਲਿਆ। ਵਿਜੇਆਲਿਆ, ਠੀਕ ਹੈ ਵੀ। ਤਾਂ ਚੋਲਾ ਵੰਸ਼ ਦਾ ਪਹਿਲਾ ਰਾਜਾ ਸੀ ਵਿਜੇਆਲਿਆ, ਜਿਹਦਾ ਟਾਈਮ ਪੀਰੀਅਡ ਰਿਹਾ ਸੀਗਾ 848 ਤੋਂ 891 ਏਡੀ ਤੱਕ। ਠੀਕ ਹੈ ਬਈ, ਜਿਹਦਾ ਟਾਈਮ ਪੀਰੀਅਡ ਰਿਹਾ ਸੀਗਾ 848 ਤੋਂ 891 ਤੱਕ। ਕਲੀਅਰ ਹੈ? ਤਾਂ ਇਹ ਕੌਣ ਸੀਗਾ? ਵਿਜੇਆਲਿਆ। ਤਾਂ ਵਿਜੇਆਲਿਆ ਹੀ ਫਾਊਂਡਰ ਹੈ। ਠੀਕ ਹੈ ਵੀ। ਤਾਂ ਵਿਜੇਆਲਿਆ ਹੀ ਫਾਊਂਡਰ ਹੈ। ਕਿਹਦਾ ਫਾਊਂਡਰ ਹੈ? ਤਾਂ ਚੋਲਾ ਵੰਸ਼ ਦਾ ਫਾਊਂਡਰ ਹੈ। ਅੱਛਾ, ਉਸ ਤੋਂ ਬਾਅਦ ਇਹਨੇ ਰਾਜਧਾਨੀ ਕਿਹੜੀ ਬਣਾਈ? ਤਾਂ ਇਹਨੇ ਕੈਪੀਟਲ ਬਣਾਈ ਤੰਜੋਰ। ਅੱਛਾ, ਤੰਜੋਰ ਕਿੱਥੇ ਪੈਂਦਾ ਵੀ? ਇਹਨੂੰ ਅੱਜ ਕੱਲ ਤੰਜਾਵਰ ਬੋਲਦੇ ਆ, ਤਾਂ ਇਹ ਪੈਂਦਾ ਤਾਮਿਲਨਾਡੂ 'ਚ। ਤਾਮਿਲਨਾਡੂ 'ਚ ਪੈਂਦਾ ਵੀ। ਮੈਂ ਦੱਸਿਆ ਪਹਿਲਾਂ ਹੀ, ਇਹ ਸਾਊਥ ਭਾਰਤ ਦੇ ਰਾਜੇ ਰਹੇ ਹੈ। ਤਾਂ ਕੌਣ ਸੀਗਾ ਰਾਜੇ ਦਾ? ਵਿਜੇਆਲਿਆ। 848 ਤੋਂ ਲੈ ਕੇ 891 ਤੱਕ ਰਹੇ ਆ। ਇਹੀ ਫਾਊਂਡਰ ਸੀਗਾ ਚੋਲਾ ਵੰਸ਼ ਦਾ। ਕੈਪੀਟਲ ਬਣਾਈ ਤੰਜੋਰ। ਕਲੀਅਰ ਹੋ ਗਈ? ਇਹਨੂੰ ਇੱਕ ਟਾਈਟਲ ਮਿਲਿਆ ਹੋਇਆ ਹੈ, ਕਿਹਨੂੰ? ਵਿਜੇਆਲਿਆ ਨੂੰ। ਤਾਂ ਟਾਈਟਲ ਦਾ ਧਿਆਨ ਰੱਖਣਾ ਹੈ, ਪਰਾ ਕੇਸਰੀ ਵਰਮਨ ਇਹ ਟਾਈਟਲ ਮਿਲਿਆ ਹੋਇਆ। ਕਲੀਅਰ ਹੋ ਗਈ ਗੱਲ ਨੂੰ? ਤਾਂ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ। ਪਹਿਲੀ ਗੱਲ ਕਰ ਰਹੇ ਹਾਂ ਆਪਾਂ ਚੋਲਾ ਵੰਸ਼ ਦੀ। ਚੋਲਾ ਵੰਸ਼ ਬਾਰੇ ਮੈਂ ਦੱਸਿਆ ਹੈ ਬਈ ਇਹਦਾ ਫਾਊਂਡਰ ਕੌਣ ਰਿਹਾ? ਵਿਜੇਆਲਿਆ ਰਿਹਾ। ਵਿਜੇਆਲਿਆ ਦਾ ਟਾਈਮ ਪੀਰੀਅਡ 848 ਤੋਂ ਲੈ ਕੇ 891 ਤੱਕ ਰਿਹਾ ਹੈ। ਇਹੀ ਫਾਊਂਡਰ ਮੰਨਿਆ ਗਿਆ ਹੈ। ਕਿਹਦਾ? ਚੋਲਾ ਵੰਸ਼ ਦਾ ਹੀ ਫਾਊਂਡਰ ਸੀਗਾ। ਉਸ ਤੋਂ ਬਾਅਦ ਇਹਨੇ ਕਿਹੜੀ ਰਾਜਧਾਨੀ ਬਣਾਈ? ਇਹਨੇ ਬਣਾਈ ਤੰਜੌਰ, ਜੋ ਕਿ ਕਿੱਥੇ ਪੈਂਦੀ ਹੈ? ਤਾਮਿਲਨਾਡੂ 'ਚ ਪੈਂਦੀ ਹੈ। ਅੱਛਾ, ਉਸ ਤੋਂ ਬਾਅਦ ਇਹਨੂੰ ਟਾਈਟਲ ਕਾਹਦਾ ਮਿਲਿਆ ਹੋਇਆ? ਪਰਾਕੇਸਰੀ ਵਰਮਨ ਦਾ ਟਾਈਟਲ ਮਿਲਿਆ ਹੋਇਆ। ਕਲੀਅਰ ਹੋ ਗਈ ਗੱਲ ਨੂੰ? ਪਰਾਕੇਸਰੀ ਵਰਮਨ ਦਾ ਟਾਈਟਲ ਮਿਲਿਆ ਹੋਇਆ। ਇਹ ਰਾਜੇ ਦੀ ਆਪਾਂ ਨੂੰ ਇੰਨੀ ਗੱਲਾਂ ਪਤਾ ਹੋਣੀ ਚਾਹੀਦੀਆਂ। ਇਸ ਤੋਂ ਬਾਅਦ ਫਿਰ ਦੂਜਾ ਰਾਜਾ ਆ ਗਿਆ ਸੀ, ਉਸ ਤੇ ਚੱਲਦੇ ਇਹਦਾ ਮੁੰਡਾ, ਜਿਹਦਾ ਨਾਂ ਸੀਗਾ ਜਿਹਦਾ ਨਾਂ ਸੀ ਆਦਿਤਿਆ ਫਸਟ। ਆਦਿਤਿਆ ਫਸਟ ਦਾ ਮਤਲਬ ਕੀ ਹੈ? ਇਹਦੇ ਵਿੱਚ ਆਦਿਤਿਆ ਹੋਰ ਵੀ ਆਣਗੇ, 2 ਵੀ ਆਊਗਾ, 3 ਵੀ ਆਊਗਾ, ਪਰ ਆਪਾਂ ਪਹਿਲਾਂ ਆਦਿਤਿਆ 1 ਬਾਰੇ ਪੜ੍ਹਦੇ ਹਾਂ। ਤਾਂ ਆਦਿਤਿਆ 1 ਜੋ ਕਿ ਕਿਹਦਾ ਮੁੰਡਾ ਸੀ? ਵਿਜੇਆਲਿਆ ਦਾ ਮੁੰਡਾ ਸੀਗਾ। ਇਹਦਾ ਟਾਈਮ ਪੀਰੀਅਡ 891 ਤੋਂ ਲੈ ਕੇ 907 ਤੱਕ ਰਿਹਾ। 891 ਤੋਂ ਲੈ ਕੇ 907 ਤੱਕ ਰਿਹਾ। ਕਿਹਦਾ ਟਾਈਮ ਪੀਰੀਅਡ ਦੀ ਗੱਲ ਕਰ ਰਿਹਾ ਮੈਂ? ਆਦਿਤਿਆ ਪਹਿਲੇ ਦੀ ਗੱਲ ਕਰ ਰਿਹਾ। ਅੱਛਾ, ਇਹਨੇ ਕਿਹਨੂੰ ਹਰਾਇਆ? ਤਾਂ ਇਹਨੇ ਡਿਫੀਟਡ ਕੀਤਾ। ਕਿਹਨੂੰ ਹਰਾਇਆ? ਠੀਕ ਹੈ, ਪੱਲਵ ਵੰਸ਼ ਦਾ ਕਿੰਗ ਸੀਗਾ ਵੀ, ਜਿਹਦਾ ਨਾਮ ਸੀ ਅਪਾਰਾਜਿਤ। ਇਹਨੂੰ ਡਿਫੀਟ ਕੀਤਾ। ਇਹਨੇ ਕਿਹਦੀ ਗੱਲ ਕਰ ਰਿਹਾ ਮੈਂ? ਆਦਿਤਿਆ 1 ਨੇ ਪੱਲਵ ਵੰਸ਼ ਦਾ ਇੱਕ ਰਾਜਾ ਸੀ ਅਪਾਰਾਜਿਤ, ਇਹਨੂੰ ਹਰਾਇਆ। ਕਲੀਅਰ ਹੋ ਗਈ ਗੱਲ ਨੂੰ? ਤਾਂ ਇਹਨੂੰ ਹਰਾਇਆ। ਉਸ ਤੋਂ ਬਾਅਦ ਇਹਨੂੰ ਟਾਈਟਲ ਕਾਹਦਾ ਮਿਲਿਆ ਹੋਇਆ? ਠੀਕ ਹੈ, ਇਹਨੂੰ ਟਾਈਟਲ ਮਿਲਿਆ ਹੈ ਮਾਦੁਰਾਈ ਕੋਂਡਾ। ਇਹਨੂੰ ਟਾਈਟਲ ਮਿਲਿਆ ਹੋਇਆ ਹੈ ਮਾਦੁਰਾਈ ਕੋਂਡਾ ਦਾ। ਧਿਆਨ ਰੱਖਿਓ, ਇੱਕ ਤਾਂ ਇਹਨੇ ਪੱਲਵ ਵੰਸ਼ ਦਾ ਰਾਜਾ ਹਰਾਇਆ, ਜਿਹਦਾ ਨਾਂ ਸੀਗਾ ਅਪਰਾਜਿਤ। ਕਲੀਅਰ ਹੋ ਗਈ ਗੱਲ ਨੂੰ? ਇਹਨੂੰ ਟਾਈਟਲ ਕਾਹਦਾ ਮਿਲਿਆ ਹੋਇਆ? ਟਾਈਟਲ ਮਿਲਿਆ ਹੋਇਆ ਮਾਦੁਰਾਈ ਕੋਂਡਾ ਦਾ। ਉਸ ਤੋਂ ਬਾਅਦ ਇਹ ਗੱਲ ਦਾ ਪਤਾ ਲੱਗ ਗਿਆ। ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਇਹਨੇ ਸ਼ਿਵਾ ਨਹੀਂ ਕਹਿਣਾ, ਸ਼ਿਵਾ ਟੈਂਪਲ। ਠੀਕ ਹੈ, ਸ਼ਿਵਾ ਟੈਂਪਲ, ਨਾ ਕਿ ਸ਼ਿਵਾ। ਤਾਂ ਸ਼ਿਵਾ ਟੈਂਪਲ ਬਣਵਾਇਆ। ਕਿੱਥੇ ਬਣਾਇਆ? ਤੰਜੋਰ 'ਚ। ਤਾਂ ਧਿਆਨ ਰੱਖਿਓ, ਇਸ ਲਈ ਇਹ ਬਹੁਤ ਟੌਪ ਦੇ ਰਾਜੇ ਮੰਨੇ ਗਏ, ਕਿਉਂਕਿ ਜਿਹੜੇ ਸਾਊਥ ਭਾਰਤ ਦੇ ਵਿੱਚ ਜ਼ਿਆਦਾਤਰ ਮੰਦਿਰ ਵਗੈਰਾ ਹੈਗੇ, ਟੈਂਪਲ ਵਗੈਰਾ ਹੈਗੇ ਆ, ਉਹ ਇਹਨਾਂ ਦੁਆਰਾ ਹੀ ਬਣਾਏ ਗਏ ਆ। ਇਹ ਇਹੋ ਜਿਹਾ ਵੰਸ਼ ਸੀ ਜੋ ਸ਼੍ਰੀਲੰਕਾ ਤੱਕ ਫੈਲਿਆ ਸੀਗਾ। ਇਹਦੇ ਬਾਰੇ ਆਪਾਂ ਪੜਾਂਗੇ ਹੁਣੇ ਦੀ ਹੁਣੇ। ਕਲੀਅਰ ਹੈ? ਮੈਂ ਦੁਬਾਰਾ ਫੇਰ ਦੱਸਦਾ, ਵਿਜੇਆਲਿਆ ਫਾਊਂਡਰ ਰਿਹਾ 848 ਤੋਂ ਲੈ ਕੇ 891 ਤੱਕ।
ਫਾਊਂਡਰ ਰਿਹਾ ਸੀਗਾ। ਕੈਪੀਟਲ ਬਣਾਈ ਸੀ ਤੰਜੋਰ, ਜੋ ਕਿ ਤਾਮਿਲਨਾਡੂ 'ਚ ਪੈਂਦੀ ਹੈ। ਆਪਾਂ ਨੂੰ ਇਹਦਾ ਪਤਾ ਲੱਗ ਗਿਆ। ਫਿਰ ਵਿਜੇ ਆਲਿਆ ਦਾ ਮੁੰਡਾ ਆਇਆ 891 ਤੋਂ ਲੈ ਕੇ 907 ਤੱਕ। ਇਹਨੇ ਕਿਹਨੂੰ ਹਰਾਇਆ? ਇਹਨੇ ਪੱਲਵ ਵੰਸ਼ ਦਾ ਕਿੰਗ ਸੀ ਅਪਰਜੀਤ, ਉਹਨੂੰ ਹਰਾਇਆ। ਉਸ ਤੋਂ ਬਾਅਦ ਇਹਨੇ ਟਾਈਟਲ ਵੀ ਲਿੱਤਾ, ਮਾਦੁਰਾਈ ਕੋਂਡਾ ਦਾ ਟਾਈਟਲ ਮਿਲਿਆ। ਸ਼ਿਵਾ ਟੈਂਪਲ ਬਣਾਇਆ ਤੰਜੋਰ 'ਚ। ਕਲੀਅਰ ਹੋ ਗਈ ਗੱਲ ਨੂੰ? ਇਹਨੂੰ ਨੋਟ ਕਰੋ, ਇਹਨੂੰ ਰਫ ਕਰਕੇ ਆਪਾਂ ਫਿਰ ਚੱਲਦੇ ਹਾਂ ਅਗਲੇ ਤੇ। ਪਹਿਲਾਂ ਇਹਨੂੰ ਨੋਟ ਡਾਊਨ ਕਰ ਲਓ, ਫਿਰ ਆਪਾਂ ਅੱਗੇ। ਉਸ ਤੋਂ ਬਾਅਦ ਆ ਗਿਆ ਸੀ ਪ੍ਰਾਣ ਟਕਾ। ਪ੍ਰਾਣ ਟਕਾ 1। ਇਹਦਾ ਟਾਈਮ ਪੀਰੀਅਡ ਲਿਖਣਾ ਤੁਸੀਂ 907 ਤੋਂ 950 ਤੱਕ। 907 ਤੋਂ ਲੈ ਕੇ 950 ਤੱਕ ਪ੍ਰਾਣ ਟਕਾ। ਇਹ ਵੀ ਬਹੁਤ ਤਗੜਾ ਰਾਜਾ ਮੰਨਿਆ ਗਿਆ। ਇਹਦਾ ਪ੍ਰਾਣ ਟਕਾ ਇਹ ਆਦਿਤਿਆ 1 ਤੋਂ ਬਾਅਦ ਆਇਆ ਸੀਗਾ। ਇਹ ਕਿਉਂ ਟੌਪ ਦਾ ਮੰਨਿਆ ਗਿਆ? ਕਿਉਂਕਿ ਇਹਨੇ ਕੀ ਕੈਪਚਰ ਕੀਤਾ? ਇਹਨੇ ਕੈਪਚਰ ਕੀਤਾ ਨਾਰਥਰਨ ईस्टर्न एरिया ऑफ श्रीलंका। ਤਾਂ ਧਿਆਨ ਰੱਖਿਓ ਮਾੜਾ ਜਾ, ਮੈਂ ਕਿਹਦੀ ਗੱਲ ਕਰ ਰਿਹਾ ਸੀ? ਮੈਂ ਪ੍ਰਾਣ ਟਕਾ ਦੀ ਗੱਲ ਕਰ ਰਿਹਾ। ਇਹਨੇ ਕੀ ਕੀਤਾ ਸੀ? ਇਹਨੇ ਸ਼੍ਰੀਲੰਕਾ ਜਿੱਤਣਾ ਸ਼ੁਰੂ ਕੀਤਾ। ਤਾਂ ਸ਼੍ਰੀਲੰਕਾ ਦਾ ਨਾਰਥਰਨ ਈਸਟਰਨ ਏਰੀਆ ਕਿਹਨੇ ਜਿੱਤਿਆ? ਤਾਂ ਉਹ ਜਿੱਤਿਆ ਸੀ ਪ੍ਰਾਣ ਟਕਾ ਨੇ। ਮੈਂ ਪਹਿਲਾਂ ਹੀ ਕਿਹਾ ਇਹ ਇਹੋ ਜਿਹਾ ਵੰਸ਼ ਸੀਗਾ ਜੋ ਕਿੱਥੋਂ ਤੱਕ ਫੈਲਿਆ ਹੋਇਆ ਸੀ? ਸ਼੍ਰੀਲੰਕਾ ਤੱਕ ਫੈਲਿਆ ਹੋਇਆ ਸੀਗਾ। ਤਾਂ ਇਹਨਾਂ ਨੇ ਸ਼੍ਰੀਲੰਕਾ ਦੇ ਨਾਰਥ ਈਸਟ ਏਰੀਆ ਤੇ ਕਬਜ਼ਾ ਕੀਤਾ। ਉਸ ਤੋਂ ਬਾਅਦ ਠੀਕ ਹੈ, ਹਿਜ਼ ਕੋਪਰ ਪਲੇਟ inscription informs us चोलास वंश। ठीक है, अबाउट चोलास वंश। मतलब भाई ਕੋਪਰ ਦੀਆਂ ਪਲੇਟਾਂ ਉੱਤੇ ਇਨਫੋਰਮੇਸ਼ਨ ਦੱਸੀ ਗਈ ਹੈ। ਇਹ ਜੋ ਮੈਂ ਲਿਖਾ ਰਿਹਾ ਇਹ ਕਿਤੇ ਨਾ ਕਿਤੇ ਤਾਂ ਹੋਏਗਾ। ਤਾਂ ਇਹਨੇ ਪੁਰਾਣੇ ਟਾਈਮ 'ਚ ਕੋਪਰ ਦੀ ਪਲੇਟਾਂ ਦੇ ਉੱਤੇ ਬਈ ਲਿਖਾਇਆ ਗਿਆ ਸੀਗਾ ਵੀ ਸਾਡੇ ਪੜਦਾਦੇ ਇਹ ਸੀਗੇ, ਅਸੀਂ ਆ ਜਿੱਤੇ ਆ, ਉਹ ਜਿੱਤੇ ਆ। ਤਾਂ ਇੱਥੋਂ ਹੀ ਇਤਿਹਾਸ ਦਾ ਪਤਾ ਲੱਗਦਾ ਹੈ। ਤਾਂ ਇੱਥੇ ਦੱਸਿਆ ਹੋਇਆ ਹਿਸ ਕੋਪਰ ਪਲੇਟ ਇਨਸਕ੍ਰਿਪਸ਼ਨ, ਉਹਦੇ ਵਿੱਚ ਦੱਸਿਆ ਹੋਇਆ ਇਨਫੋਰਮ ਕੀਤਾ ਹੋਇਆ ਵੀ। ਠੀਕ ਹੈ, ਇਨਫੋਰਮ ਕੀਤਾ ਹੋਇਆ ਕਿਹਦੇ ਬਾਰੇ? ਇਨਫੋਰਮ ਕੀਤਾ ਹੋਇਆ ਅਬਾਊਟ ਚੋਲਾਸ ਬਾਰੇ। ਤਾਂ ਉਹ ਕਿਹਨੇ ਕਰਵਾਇਆ ਸੀਗਾ? ਤਾਂ ਉਹ ਕਰਾਇਆ ਸੀ ਪ੍ਰਾਣ ਟਕਾ ਨੇ। ਕਲੀਅਰ ਹੋ ਗਈ ਗੱਲ ਨੂੰ? ਪ੍ਰਾਣ ਟਕਾ ਦੀ ਆਪਾਂ ਦੋ ਗੱਲਾਂ ਸਮਝੇ। ਇੱਕ ਤਾਂ ਇਹਨੇ ਨਾਰਥਰਨ ਈਸਟਰਨ ਏਰੀਆ ਸ਼੍ਰੀਲੰਕਾ ਦਾ ਕਬਜ਼ਾ ਕੀਤਾ ਵੀ, ਚਲੋ ਪਹਿਲੀ ਗੱਲ ਹੋ ਗਈ। ਦੂਜੀ ਗੱਲ ਇਹਨੇ ਕੋਪਰ ਪਲੇਟਾਂ ਦੇ ਉੱਤੇ ਆਪਦੇ ਜਿਹੜਾ ਮਤਲਬ ਵੰਸ਼ ਸੀਗਾ ਇਹਦੇ ਬਾਰੇ ਵਿਵਰਣ ਕਰਵਾਇਆ। ਕਲੀਅਰ ਹੋ ਗਈ ਗੱਲ ਨੂੰ? ਮਤਲਬ ਦਾਦਿਆਂ ਬਾਰੇ ਪੜਦਾਦਿਆਂ ਬਾਰੇ ਉਹਦੇ ਬਾਰੇ ਵਿਵਰਣ ਕਰਵਾਇਆ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਆਪਾਂ ਗੱਲ ਚੱਲਦੇ ਅੱਗੇ। ਤਾਂ ਉਸ ਤੋਂ ਬਾਅਦ ਦੇਖੋ, ਇਸ ਤੋਂ ਬਾਅਦ ਕਿਸੇ 950 ਤੋਂ ਲੈ ਕੇ 985 ਤੱਕ ਰਾਜੇ ਆਏ ਸੀ। ਉਹਨਾਂ ਬਾਰੇ ਨਹੀਂ ਲਿਖਣਾ ਕਿਉਂਕਿ ਉਹ ਇੰਨੇ ਮਸ਼ਹੂਰ ਨਹੀਂ ਹੋਏ। ਆਪਾਂ 985 ਤੋਂ ਬਾਅਦ ਜਾਂਦੇ ਹਾਂ। ਤਾਂ ਟਾਈਮ ਪੀਰੀਅਡ ਦੇਖਿਓ 985 'ਚ ਆ ਗਏ। ਤਾਂ ਉਦੋਂ ਕੌਣ ਸੀਗਾ? ਰਾਜਾ। ਠੀਕ ਹੈ ਵੀ, ਇਹ ਰਾਜੇ ਦਾ ਨਾਮ ਹੈ ਵੀ ਰਾਜਾ। ਇਹਦਾ ਟਾਈਮ ਪੀਰੀਅਡ ਕਿੰਨੇ ਤੋਂ ਕਿੰਨੇ ਤੱਕ ਰਿਹਾ ਸੀਗਾ? 985 ਤੋਂ ਲੈ ਕੇ 1014 ਤੱਕ। 985 ਤੋਂ ਲੈ ਕੇ 1014 ਤੱਕ। ਕਲੀਅਰ ਹੋ ਗਈ ਗੱਲ ਨੂੰ? 985 ਤੋਂ ਲੈ ਕੇ 1014 ਤੱਕ। ਪਹਿਲੀ ਗੱਲ ਤਾਂ ਦੇਖਿਓ ਇਹਨੇ ਕੀ ਕੀਤਾ? ਇਹਨੇ ਮਿਡਲ ਏਰੀਆ ਕੈਪਚਰ ਕੀਤਾ। ਮਿਡਲ ਏਰੀਆ ਕੈਪਚਰਡ ਕਿੱਥੋਂ ਦਾ? ਕੈਪਚਰਡ ਆਫ ਸ਼੍ਰੀਲੰਕਾ। ਮਿਡਲ ਏਰੀਆ ਕੈਪਚਰਡ ਆਫ ਸ਼੍ਰੀਲੰਕਾ। ਹੁਣ ਮੇਰੀ ਗੱਲ ਧਿਆਨ ਨਾਲ ਸਮਝਿਓ ਵੀ। ਪਹਿਲਾਂ ਤਾਂ ਉਹਨਾਂ ਨੇ ਥੋੜੇ ਜਿਹੇ ਪੰਖ ਫੈਲਾਰੇ, ਮਤਲਬ ਵੀ ਸ਼੍ਰੀਲੰਕਾ ਕਰਨੀ ਗਏ। ਸ਼੍ਰੀਲੰਕਾ ਦਾ ਨਾਰਥ ਹਿੱਸਾ ਜਿੱਤਿਆ। ਹੌਲੀ ਹੌਲੀ ਪਹੁੰਚਦੇ ਰਾਜਾ ਕਿੱਥੇ ਪਹੁੰਚ ਗਿਆ? ਮਿਡਲ 'ਚ ਪਹੁੰਚ ਗਿਆ। ਇੱਕ ਅੱਗੇ ਰਾਜਾ ਹੋਊਗਾ ਪੂਰੇ ਤੇ ਸ਼੍ਰੀਲੰਕਾ ਤੇ ਹੀ ਕਬਜ਼ਾ ਕਰ ਦਊਗਾ। ਮੇਰੀ ਗੱਲ ਧਿਆਨ ਨਾਲ ਸਮਝਿਓ। ਪਹਿਲਾਂ ਤਾਂ ਸ਼੍ਰੀਲੰਕਾ ਤੇ ਅੱਧਾ ਕਬਜ਼ਾ, ਥੋੜਾ ਜਿਹਾ ਕਬਜ਼ਾ ਹੋਇਆ ਨਾਰਥ ਹਿੱਸੇ ਤੇ, ਹੁਣ ਮਿਡਲ ਤੇ ਵੀ ਪਹੁੰਚ ਗਏ। ਤਾਂ ਇਹ ਕੌਣ ਸੀਗਾ? ਇਹ ਸੀਗਾ ਰਾਜਾ। ਉਸ ਤੋਂ ਬਾਅਦ ਇਹਨੇ ਪਰਮਿਟ ਦਿੱਤੀ ਸੀ, ਧਿਆਨ ਰੱਖਿਓ। ਇਹਨੇ ਕਿਹਨੂੰ ਪਰਮਿਸ਼ਨ ਦਿੱਤੀ ਸੀਗੀ? ਇੱਕ ਕਿੰਗ ਸੀਗਾ ਸ਼੍ਰੀਲੰਕਾ ਦਾ, ਮੈਂ ਦੱਸਦਾ ਇੱਕ ਵਾਰੀ, ਧਿਆਨ ਨਾਲ ਸੁਣਿਓ। ਸ਼ੈਲੇਂਦਰਾ ਕਿੰਗ। ਠੀਕ ਹੈ, ਸ਼ੈਲੇਂਦਰਾ ਕਿੰਗ ਵੈਸੇ ਤਾਂ ਸੀਗਾ ਸ਼੍ਰੀਲੰਕਾ ਦਾ ਰਾਜਾ, ਪਰ ਇਹਨੂੰ ਭਾਰਤ ਦੇ ਵਿੱਚ ਬੁੱਧਿਸਟ ਦਾ ਟੈਂਪਲ ਬਣਾਉਣ ਦੀ ਪਰਮਿਸ਼ਨ ਦਿੱਤੀ। ਤਾਂ ਇਹਨੇ ਟੈਂਪਲ ਕਿਹੜਾ ਬਣਾਇਆ ਸੀਗਾ? ਬੁੱਧਿਸਟ ਟੈਂਪਲ ਬਿਹਾਰਾ, ਜੋ ਕਿ ਕਿੱਥੇ ਪੈਂਦਾ ਹੈ? ਨਾਗਾਪਟਨਮ। ਠੀਕ ਹੈ ਵੀ, ਨਾਗਾਪਟਨਮ। ਇਹ ਵੀ ਕਿੱਥੇ ਪੈਂਦਾ? ਨਾਗਾਪਟਨਮ ਵੀ, ਇਹ ਵੀ ਪੈਂਦਾ ਤਾਮਿਲਨਾਡੂ। ਹੁਣ ਮੇਰੀ ਗੱਲ ਧਿਆਨ ਨਾਲ ਸਮਝੋ, ਮੈਂ ਦੁਬਾਰਾ ਫੇਰ ਦੱਸਦਾ।
ਆ ਕਿੰਗ ਨੂੰ ਪਰਮਿਸ਼ਨ ਦਿੱਤੀ, ਸ਼ੈਲੇਂਦਰ ਕਿੰਗ ਨੂੰ ਪਰਮਿਸ਼ਨ ਦਿੱਤੀ, ਸ਼ੈਲੇਂਦਰ ਕਿੰਗ ਨੂੰ ਪਰਮਿਸ਼ਨ ਦਿੱਤੀ। ਕਾਹਦੀ ਪਰਮਿਸ਼ਨ ਦਿੱਤੀ ਬਈ, ਤੂੰ ਬੁੱਧ ਦਾ ਟੈਂਪਲ ਬਣਵਾ। ਕਿੱਥੇ ਬਣਾ? ਤਾਂ ਤੂੰ ਬਣਾ ਕਿਤੇ ਨਾਗਾਪਟਨਮ ਚ, ਜੋ ਕਿ ਕਿੱਥੇ ਪੈਂਦਾ, ਤਾਮਿਲਨਾਡੂ ਚ ਪੈਂਦਾ। ਤੇ ਇਹਨੂੰ ਪਰਮਿਸ਼ਨ ਦਿੱਤੀ। ਤਾਂ ਬੁੱਧਿਸਟ ਦਾ ਜਿਹੜਾ ਟੈਂਪਲ ਬਣਾ ਹੋਇਆ ਵਿਹਾਰਾ ਟੈਂਪਲ ਤਾਮਿਲਨਾਡੂ ਚ ਹੈ, ਉਹ ਕਿਹਦੀ ਪਰਮਿਸ਼ਨ ਦਿੱਤੀ ਗਈ ਸੀ? ਰਾਜਾ ਰਾਜੇ ਨੇ ਦਿੱਤੀ ਸੀ। ਉਸ ਤੋਂ ਬਾਅਦ ਮੈਂ ਦੱਸਿਆ ਵੀ ਮਿਡਲ ਏਰੀਆ 'ਚ ਕਬਜ਼ਾ ਵੀ ਕੀਤਾ ਸੀਗਾ ਸ਼੍ਰੀਲੰਕਾ 'ਚ, ਉਹ ਵੀ ਕੌਣ ਸੀਗਾ? ਰਾਜਾ ਰਾਜਾ ਸੀਗਾ। ਤੇ ਇਹਨੂੰ ਟਾਈਟਲ ਵੀ ਕਾਹਦਾ ਮਿਲਿਆ ਹੋਇਆ ਹੈ, ਇਹਦੀ ਗੱਲ ਕਰ ਰਿਹਾ ਸੀ ਮੈਂ। ਤਾਂ ਇਹਨੂੰ ਟਾਈਟਲ ਵੀ ਮਿਲਿਆ ਹੋਇਆ ਹੈ ਰਾਜਾ ਰਾਜਾ ਦਾ, ਰਾਜਾ ਰਾਜਾ ਦਾ। ਆਪਾਂ ਨੂੰ ਦੋ ਗੱਲਾਂ ਪਤਾ ਲੱਗ ਗਈਆਂ, ਕਲੀਅਰ ਹੋ ਗਈ ਗੱਲ ਨੂੰ। ਤਾਂ ਇਹ ਆਪਾਂ ਨੂੰ ਸਮਝ ਆ ਗਈ ਸਾਰੀ ਦੀ ਸਾਰੀ ਬਈ। ਪਹਿਲਾਂ ਤਾਂ ਆਇਆ ਸੀਗਾ ਪਰਾਂਟਾਕਾ 907 ਤੋਂ ਲੈ ਕੇ 950 ਤੱਕ, ਇਹਨੇ ਤਾਂ ਸ਼੍ਰੀਲੰਕਾ ਦਾ ਨਾਰਥਨ ਈਸਟਰਨ ਏਰੀਆ ਜਿੱਤਿਆ ਸੀਗਾ ਤੇ ਕੋਪਰ ਪਲੇਟਾਂ ਦੇ ਆਪਦੇ ਵੰਸ਼ ਦਾ ਵਿਵਰਣ ਦਿੱਤਾ। ਫਿਰ ਮੈਂ ਕਿਹਾ 950 ਤੋਂ ਬਾਅਦ ਨਹੀਂ ਲਿਖਣਾ, ਆਪਾਂ ਸਿੱਧਾ 985 ਤੇ ਆ ਗਏ। ਤੇ ਫਿਰ ਆਪਾਂ ਦੇਖਿਆ ਰਾਜਾ ਰਾਜਾ ਬਾਰੇ 1014 ਤੱਕ ਇਹਨੇ ਪਹਿਲਾਂ ਤਾਂ ਮਿਡਲ ਏਰੀਆ ਕਬਜ਼ਾ ਕੀਤਾ। ਫਿਰ ਸ਼ੈਲੇਂਦਰ ਕਿੰਗ ਨੂੰ ਪਰਮਿਸ਼ਨ ਦਿੱਤੀ। ਕਾਹਦੀ ਪਰਮਿਸ਼ਨ ਦਿੱਤੀ? ਬੁੱਧ ਦਾ ਟੈਂਪਲ ਬਣਾਉਣ ਦੀ। ਬਈ ਬੁੱਧ ਦਾ ਟੈਂਪਲ ਬਣਾ, ਇਹਨੂੰ ਟਾਈਟਲ ਮਿਲਿਆ ਹੋਇਆ ਰਾਜਾ ਰਾਜਾ ਦਾ। ਕਲੀਅਰ ਹੋ ਗਈ ਗੱਲ ਨੂੰ, ਇਹਨੂੰ ਨੋਟ ਡਾਊਨ ਕਰੋ। ਫਿਰ ਆਪਾਂ ਇਹਦੇ 2 ਰਾਜੇ 3 ਰਾਜੇ ਹੋਰ ਆ, ਉਹਨੂੰ ਲਿਖ ਕੇ ਇਹ ਵੰਸ਼ ਨੂੰ ਖਤਮ ਕਰਦੇ ਆ। ਇਹਦੇ ਟੌਪ ਦੇ ਸਾਰੇ ਆਪਾਂ ਪੜ੍ਹ ਲਏ, ਕਲੀਅਰ ਹਲੇ ਪਈ ਆ ਪੜ੍ਹਨ ਵਾਲੇ। ਪਹਿਲਾਂ ਇਹਨੂੰ ਨੋਟ ਡਾਊਨ ਕਰੋ, ਫਿਰ ਅੱਗੇ ਚੱਲਦੇ ਆ, ਠੀਕ ਹੈ? ਨੋਟ ਡਾਊਨ ਕਰੋ। ਹਾਂ ਬਈ, ਉਸ ਤੋਂ ਬਾਅਦ ਆ ਗਿਆ ਸੀਗਾ ਰਾਜੇਂਦਰ ਚੋਲਾਸ ਵਨ, ਜਿਹਦਾ ਟਾਈਮ ਪੀਰੀਅਡ ਰਿਹਾ ਸੀਗਾ 1014 ਤੋਂ ਲੈ ਕੇ 1044 ਤੱਕ। ਕਲੀਅਰ ਹੋ ਗਈ ਗੱਲ ਨੂੰ? ਇਹਦਾ ਟਾਈਮ ਪੀਰੀਅਡ ਰਿਹਾ ਸੀ 1014 ਤੋਂ ਲੈ ਕੇ 1044 ਤੱਕ। ਇਹਨੇ ਕੀ ਕੀਤਾ? ਤਾਂ ਹੀ ਕੰਪਲੀਟ ਕੈਪਚਰਡ ਆਫ ਸ਼੍ਰੀ ਲੰਕਾ। ਬਈ ਇਹਨੇ ਪੂਰੇ ਦਾ ਪੂਰਾ ਹੀ ਕਬਜ਼ਾ ਕਰ ਲਿਆ, ਪੂਰੇ ਦਾ ਪੂਰਾ ਕਬਜ਼ਾ ਕਰ ਲਿਆ। ਬਈ ਕਿਸ ਤੇ ਕਬਜ਼ਾ ਕਰ ਲਿਆ? ਤਾਂ ਸ਼੍ਰੀਲੰਕਾ ਤੇ ਕਬਜ਼ਾ ਕਰ ਲਿਆ। ਮੈਂ ਦੱਸਿਆ ਪਹਿਲਾਂ ਸ਼੍ਰੀਲੰਕਾ ਦਾ ਨਾਰਥ ਜਿੱਤ ਗਿਆ, ਫਿਰ ਮਿਡਲ ਜਿੱਤ ਗਿਆ, ਹੁਣ ਪੂਰੇ ਦਾ ਪੂਰਾ ਸ਼੍ਰੀਲੰਕਾ ਹੀ ਜਿੱਤ ਲਿਆ। ਤੇ ਫਿਰ ਇਹਨੇ ਰਾਜਧਾਨੀ ਵੀ ਬਣਾਈ, ਇਹਨੇ ਕੈਪੀਟਲ ਵੀ ਬਣਾਈ, ਉੱਥੇ ਹੀ ਕੈਪੀਟਲ ਬਣਾਈ। ਤਾਂ ਕੈਪੀਟਲ ਕਿਹੜੀ ਬਣਾਈ? ਅਨੁਰਾਧਾਪੁਰ, ਠੀਕ ਹੈ? ਤਾਂ ਇਹ ਕੈਪੀਟਲ ਵੀ ਬਣਾਈ, ਕਿਹੜੀ ਬਣਾਈ? ਅਨੁਰਾਧਾਪੁਰ। ਤਾਂ ਇਹ ਪੈਂਦਾ ਸ਼੍ਰੀਲੰਕਾ 'ਚ, ਕੈਪੀਟਲ ਬਣਾਈ ਅਨੁਰਾਧਾਪੁਰ। ਇਹ ਦੋ ਗੱਲਾਂ ਪਤਾ ਲੱਗ ਗਈਆਂ। ਇਹਨੇ ਪਾਲਾ ਡਾਇਨੈਸਟੀ ਹੈ ਵੀ, ਪਾਲਾ ਡਾਇਨੈਸਟੀ ਹੈ, ਉਹਦਾ ਰਾਜਾ ਹਰਾਇਆ ਜਿਹਦਾ ਨਾਮ ਸੀ ਮਹੀਪਾਲਾ। ਕਲੀਅਰ ਹੋ ਗਈ ਗੱਲ ਨੂੰ? ਤਾਂ ਇਹ 2-3 ਗੱਲਾਂ ਪਤਾ ਲੱਗ ਗਈਆਂ, ਧਿਆਨ ਨਾਲ ਦੁਬਾਰਾ ਫਿਰ ਦੇਖਿਓ। ਪਹਿਲਾਂ ਤਾਂ ਰਜਿੰਦਰ ਚੋਲਾ ਪਹਿਲੇ ਨੇ 1014 ਤੋਂ 1044 ਤੱਕ ਆਇਆ। ਇਹਨੇ ਕੰਪਲੀਟ ਜਿੱਤ ਲਿਆ, ਕੰਪਲੀਟ ਕੈਪਚਰ ਕਰ ਲਿਆ ਸ਼੍ਰੀਲੰਕਾ 'ਚ। ਸ਼੍ਰੀਲੰਕਾ ਕੈਪਚਰ ਵੀ ਕੀਤਾ, ਉੱਥੇ ਰਾਜਧਾਨੀ ਵੀ ਸੈੱਟ ਕੀਤੀ। ਕਿਹੜੀ ਕੀਤੀ? ਅਨੁਰਾਧਾਪੁਰ, ਜੋ ਕਿ ਸ਼੍ਰੀਲੰਕਾ 'ਚ ਪੈਂਦੀ ਹੈ। ਫਿਰ ਇਹਨੇ ਕੀ ਕੀਤਾ? ਪਾਲਾ ਡਾਇਨੈਸਟੀ ਦਾ ਰਾਜੇ ਨੂੰ ਹਰਾਇਆ, ਡਿਫੀਟ ਕੀਤਾ। ਕਿਹੜੇ ਨੂੰ ਹਰਾਇਆ? ਮਹੀਪਾਲਾ ਨੂੰ ਹਰਾਇਆ। ਮਤਲਬ ਇਹ ਹਾਰ ਗਿਆ ਤੇ ਕੌਣ ਜਿੱਤ ਗਿਆ? ਰਜਿੰਦਰ ਚੋਲਾ ਪਹਿਲਾਂ ਜਿੱਤ ਗਿਆ। ਕਲੀਅਰ ਹੋ ਗਈ ਗੱਲ ਨੂੰ? ਇਸ ਤੋਂ ਬਾਅਦ ਇਹਨਾਂ ਦਾ ਕੋਈ ਵੀ ਟੌਪ ਦਾ ਰਾਜਾ ਨਹੀਂ ਆਇਆ। ਇਹਦੇ ਲਾਸਟ ਰਾਜੇ ਬਾਰੇ ਪਤਾ ਹੋਣਾ ਚਾਹੀਦਾ, ਜਿੱਥੇ ਇਹਦਾ ਪਤਨ ਹੋ ਗਿਆ। ਤਾਂ ਦੇਖਿਓ ਲਾਸਟ ਰਾਜਾ ਕੌਣ ਸੀ? ਉਹ ਸੀ ਰਾਜੇਂਦਰਾ ਚੋਲਾ, ਠੀਕ ਹੈ? ਰਾਜੇਂਦਰ ਚੋਲਾ ਥਰਡ, ਰਾਜੇਂਦਰ ਚੋਲਾ ਥਰਡ, ਜਿਹਦਾ ਟਾਈਮ ਪੀਰੀਅਡ ਸੀਗਾ 1246 ਤੋਂ ਲੈ ਕੇ 1279 ਤੱਕ। ਇੰਨਾ ਟਾਈਮ ਪੀਰੀਅਡ ਸੀਗਾ। ਇਹਦੇ ਪਤਨ ਹੋਣ ਦਾ ਕੀ ਕਾਰਨ ਸੀ? ਤਾਂ ਇਹ ਹਾਰ ਗਿਆ ਸੀ ਪਾਂਡਿਆ ਵੰਸ਼ ਤੋਂ। ਪਾਂਡਿਆ ਵੰਸ਼ ਤੋਂ ਹਾਰ ਗਿਆ। ਪਾਂਡਿਆ ਵੰਸ਼ ਹਰੀ ਜਿੱਤ ਗਏ ਤੇ ਇਹ ਹਾਰ ਗਿਆ, ਜਿਹਦੇ ਕਰਕੇ ਇਹਦੇ ਵੰਸ਼ ਦਾ ਪੂਰੇ ਦਾ ਪੂਰਾ ਪਤਨ ਹੋ ਗਿਆ, ਠੀਕ ਹੈ? ਚੋਲਾ ਵੰਸ਼ ਦਾ। ਤਾਂ ਧਿਆਨ ਰੱਖਿਓ ਮਾੜਾ ਜਿਹਾ। ਰਜਿੰਦਰ ਚੋਲਾ ਥਰਡ ਇਹ ਸੀ ਪਹਿਲਾ, ਮਤਲਬ ਵਿੱਚ ਦੂਜਾ ਵੀ ਆਇਆ ਸੀਗਾ, ਜਿਹੜੇ ਕੰਮ ਦੇ ਨਹੀਂ ਸੀ ਉਹ ਆਪਾਂ ਨਹੀਂ ਲਿਖੇ। ਤਾਂ ਰਜਿੰਦਰ ਪਹਿਲਾ ਤੇ ਰਜਿੰਦਰ ਤੀਜਾ ਆਇਆ ਸੀਗਾ। ਇਹ 1246 ਤੋਂ ਲੈ ਕੇ 1279 ਤੱਕ ਆਇਆ। ਇਹ ਪਾਂਡਿਆ ਵੰਸ਼ ਤੋਂ ਹਾਰ ਗਿਆ, ਜਿਹਦੇ ਕਰਕੇ ਇਹਦਾ ਪੂਰੇ ਦਾ ਪੂਰਾ ਸਾਮਰਾਜ ਖਤਮ ਹੋ ਗਿਆ ਤੇ ਉਹਦੇ ਚੋਲਾ ਵੰਸ਼ ਦਾ ਐਂਡ ਹੋ ਗਿਆ। ਕਲੀਅਰ ਹੋ ਗਈ ਗੱਲ ਨੂੰ? ਤਾਂ ਇੱਥੇ ਆ ਗਏ ਚੋਲਾ ਵੰਸ਼ ਦਾ ਐਂਡ ਹੋ ਗਿਆ। ਤਾਂ ਇਹ ਪੂਰਾ ਖਤਮ ਕਰਤਾ ਆਪਾਂ ਵੰਸ਼। ਤਾਂ ਅੱਜ ਦੇ ਲੈਕਚਰ ਲਈ ਇੰਨਾ ਬਹੁਤ ਹੈ। ਆਪਾਂ ਅਗਲੇ ਲੈਕਚਰ 'ਚ ਮਿਲਾਂਗੇ। ਜੇ ਤੁਹਾਨੂੰ ਲੈਕਚਰ ਸਮਝ ਆ ਰਿਹਾ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ, ਤਾਂ ਕਿ ਮੈਂ ਇਹੋ ਜਿਹੀ ਵੀਡੀਓ ਹੋਰ ਲੈ ਕੇ ਆਂਦਾ ਰਹਾਂ। ਆਪਾਂ ਫਿਰ ਮਿਲਾਂਗੇ। ਸਭ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਜੈ ਹਿੰਦ ਐਂਡ ਰਾਧੇ ਰਾਧੇ। ਥੈਂਕ ਯੂ।